ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 313 ਤੋਂ ਲੈ ਕੇ 314 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਮਹੱਲਾ ਚੌਥਾ। ਗੁਰ ਸਾਲਾਹੀ ਆਪਣਾ, ਬਹੁ ਬਿਧ ਰੰਗ ਸੁਪਾਏ। ਸਤਿਗੁਰ ਸੇਤੀ ਮਨ ਰਤਾ, ਰੱਖਿਆ ਬਣਤ ਬਣਾਏ। ਜਿਹਵਾ ਸਾਲਾਹੇ ਨਾ ਰਾਜਈ, ਹਰ ਪ੍ਰੀਤਮ ਚਿਤ ਲਾਏ। ਨਾਨਕ ਨਾਵੇ ਕੀ ਮਨ ਭੁੱਖ ਹੈ, ਮਨ ਤ੍ਰਿਪਤੈ ਹਰ ਰਸ ਖਾਏ। ਹਾਂਜੀ ਸੰਗਤ ਜੀ, ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੈਂ ਬਹੁਤ ਤਰੀਕਿਆਂ ਦੇ ਨਾਲ ਬਹੁਤ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਆਪਣੇ ਗੁਰੂ ਦੀ ਸਿਫਤ ਸਲਾਹ ਕਰਦਾ ਹਾਂ ਅਤੇ ਮੇਰਾ ਮਨ ਮੇਰੇ ਗੁਰੂ ਦੇ ਵਿੱਚ ਪ੍ਰੇਮ ਵਿੱਚ ਰੰਗਿਆ ਹੋਇਆ ਹੈ ਅਤੇ ਗੁਰੂ ਨੇ ਹੀ ਮੇਰੀ ਇਹ ਸੋਹਣੀ ਬਣਤ ਬਣਾਈ ਹੈ ਮੇਰੇ ਆਤਮਿਕ ਜੀਵਨ ਦੀ। ਕਹਿੰਦੇ ਮੇਰੀ ਜਿਹਵਾ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਕਹਿੰਦੇ ਰੱਜਦੀ ਨਹੀਂ ਹੈਗੀ। ਕਿ ਕਹਿੰਦੇ ਵੀ ਪ੍ਰੀਤਮ ਦਾ ਨਾਮ ਚਿੱਤ ਲਾ ਕੇ ਜਪਦੀ ਆ, ਪਰ ਰੱਜਦੀ ਨਹੀਂ ਹੈਗੀ ਸਿਫਤ ਸਲਾਹ ਕਰਕੇ। ਕਹਿੰਦੇ ਮਨ ਨੂੰ ਨਾਨਕ ਜੀ ਕਹਿੰਦੇ ਨਾਮ ਦੀ ਪਰਮਾਤਮਾ ਦੇ ਨਾਮ ਦੀ ਭੁੱਖ ਲੱਗੀ ਹੋਈ ਆ। ਕਹਿੰਦੇ ਕਿਵੇਂ ਇਹ ਭੁੱਖ ਉਤਰਨੀ ਆ? ਜਦੋਂ ਤੱਕ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਚੱਖ ਹੁੰਦਾ ਉਦੋਂ ਤੱਕ ਇਹ ਭੁੱਖ ਲੱਗੀ ਰਹਿਣੀ ਆ ਨਾਮ ਦੀ। ਜਦੋਂ ਰਸ ਚੱਖ ਲਿਆ ਫੇਰ ਨਾਮ ਵੱਲੋਂ ਤ੍ਰਿਪਤੀ ਹੋਣੀ ਆ। ਰਸ ਚੱਖਿਆ ਹੀ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੀ ਇਹ ਨਾਮ ਵਾਲੀ ਭੁੱਖ ਮਿਟਣੀ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ। ਪੌੜੀ। ਸੱਚ ਸੱਚਾ ਕੁਦਰਤ ਜਾਣੀਐ, ਦਿਨ ਰਾਤੀ ਜਿਨ ਬਣਾਈਆ। ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ। ਕਹਿੰਦੇ ਉਹ ਪਰਮਾਤਮਾ ਸੱਚਾ, ਕਹਿੰਦੇ ਜਿਹਨੇ ਇਹ ਦਿਨ ਰਾਤ ਬਣਾਏ ਨੇ, ਕਹਿੰਦੇ ਉਹਨੂੰ ਉਹਦੀ ਕੁਦਰਤ ਰਾਹੀਂ ਹੀ ਜਾਣਿਆ ਜਾਂਦਾ ਕਿ ਮਤਲਬ ਵੀ ਉਹ ਕਿੰਨਾ ਵੱਡਾ। ਫਿਰ ਕਹਿੰਦੇ ਅਸੀਂ ਉਹਨੂੰ ਹੋਰ ਸਲਾਹੁੰਦੇ ਹਾਂ, ਉਹਦੀਆਂ ਵਡਿਆਈਆਂ ਕਰਦੇ ਹਾਂ। ਕਹਿੰਦੇ ਜਦੋਂ ਅਸੀਂ ਉਹਦੀ ਕੁਦਰਤ ਵੱਲ ਦੇਖਦੇ ਹਾਂ ਵੀ ਵਾਹਿਗੁਰੂ ਜੀ ਨੇ ਇਹ ਬਣਾਈ ਆ, ਵਾਹਿਗੁਰੂ ਜੀ ਨੇ ਇੰਨਾ ਕੁਛ ਕੀਤਾ, ਫਿਰ ਸਾਡਾ ਮਨ ਦੇ ਵਿੱਚ ਉਹਦੇ ਲਈ ਵਾਹ ਵਾਹ ਉੱਠਦੀ ਆ। ਸਾਲਾਹੀ ਸੱਚ ਸਾਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈਆ। ਜਾ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰ ਨਦਰੀ ਆਈਆ। ਸੱਚ ਗੁਰਮੁਖ ਜਿਨੀ ਸਲਾਹਿਆ, ਤਿਨ ਭੁੱਖਾਂ ਸਭ ਗਵਾਈਆ। ਕਹਿੰਦੇ ਉਹ ਪਰਮਾਤਮਾ ਵੀ ਸੱਚਾ, ਉਹਦੀ ਕੀਤੀ ਹੋਈ ਸਿਫਤ ਸਲਾਹ ਵੀ ਸੱਚੀ ਆ, ਪਰ ਕਹਿੰਦੇ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚੇ ਸਤਿਗੁਰ ਨੂੰ ਮਿਲ ਕੇ ਕਹਿੰਦੇ ਵੀ ਪਰਮਾਤਮਾ ਦੀਆਂ ਵਡਿਆਈਆਂ ਨਜ਼ਰ ਆ ਜਾਂਦੀਆਂ ਨੇ, ਪਰ ਉਹਦੀ ਕੀਮਤ ਨਹੀਂ ਪਾ ਸਕਦੇ। ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਸ ਸੱਚੇ ਨੂੰ ਸਲਾਹਿਆ, ਉਹਨੂੰ ਅਰਾਧਿਆ, ਉਹਨਾਂ ਦੀਆਂ ਸਾਰੀਆਂ ਭੁੱਖਾਂ ਲੈ ਗਈਆਂ। ਕਹਿੰਦੇ ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨ ਖੋਜੇਂਦਿਆਂ, ਸੋ ਪ੍ਰਭ ਲੱਦਾ ਲੋੜ। ਮੈਂ ਮਨ ਤਨ ਖੋਜੇਂਦਿਆਂ, ਸੋ ਪ੍ਰਭ ਲੱਦਾ ਲੋੜ। ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਕਹਿੰਦੇ ਮੈਂ ਆਪਣੇ ਮਨ ਅਤੇ ਤਨ ਵਿੱਚ ਉਸ ਪਰਮਾਤਮਾ ਦੀ ਭਾਲ ਕੀਤੀ ਅਤੇ ਕਹਿੰਦੇ ਮੈਨੂੰ ਅੰਦਰੋਂ ਹੀ ਲੱਭ ਗਿਆ, ਪਰ ਕਹਿੰਦੇ ਮੈਂ ਆਪ ਨਹੀਂ ਸੀ ਪਾ ਸਕਦਾ। ਮੈਨੂੰ ਕਹਿੰਦੇ ਗੁਰੂ ਵਿਚੋਲਾ ਮਿਲਿਆ, ਜਿਹਨੇ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੱਤਾ। ਮਹੱਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਕਹਿੰਦੇ ਜਿਹੜਾ ਜੀਵ ਮਾਇਆ ਦੇ ਵਿੱਚ ਹੈ,
ਗਲਤਾਨ, ਉਹ ਕਹਿੰਦੇ ਗੁਰੂ ਦਾ ਦਰਸ਼ਨ ਨਹੀਂ ਕਰਦਾ, ਇਸ ਪਾਸਿਓਂ ਅੰਨਾ ਹੈ। ਗੁਰੂ ਦਾ ਉਪਦੇਸ਼ ਨਹੀਂ ਸੁਣਦਾ, ਇਸ ਪਾਸਿਓਂ ਬੋਲਾ ਹੈ। ਫਿਰ ਕਹਿੰਦੇ ਉਹ ਕਾਹਦੇ 'ਚ ਰਹਿੰਦਾ ਮਸਤ, ਉਹ ਮਾਇਆ ਦੇ ਵਿੱਚ, ਹੋਰ ਪਦਾਰਥਕ ਭੋਗਾਂ ਦੇ ਵਿੱਚ, ਹੋਰ ਰਸਾਂ ਕਸਾਂ ਦੇ ਵਿੱਚ। ਇਹਨਾਂ ਵਿੱਚ ਕਹਿੰਦੇ ਉਹਨੂੰ ਗੁਰੂ ਦਾ ਸ਼ਬਦ ਸੁਣਦਾ ਹੀ ਨਹੀਂ ਗਾ। ਗੁਰਮੁਖ ਜਾਪੈ ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ, ਹਰ ਨਾਮ ਸਮਾਏ। ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ, ਉਹ ਵਾਹਿਗੁਰੂ ਦੇ ਸ਼ਬਦ ਵਿੱਚ ਲਿਵ ਲਾਉਂਦੇ ਨੇ। ਕਹਿੰਦੇ ਉਹ ਹਰੀ ਦਾ ਨਾਮ ਸੁਣਦੇ ਨੇ ਅਤੇ ਉਹਨੂੰ ਮੰਨਦੇ ਨੇ, ਮੰਨ ਕੇ ਮਨ 'ਚ ਵਸਾਉਂਦੇ ਨੇ ਅਤੇ ਫਿਰ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵੱਜਦਾ ਜੰਤ ਵਜਾਇਆ। ਫਿਰ ਕਹਿੰਦੇ ਜਿਨ੍ਹਾਂ ਦੀ ਲਿਵ ਉਹ ਸੱਚੇ ਵਿੱਚ ਲੱਗ ਜਾਂਦੀ ਆ, ਫਿਰ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੋ ਜਾਂਦਾ ਕਿ ਵੀ ਜੋ ਕੁਛ ਹੋ ਰਿਹਾ ਸੰਸਾਰ ਵਿੱਚ ਉਹ ਕੀਤਾ ਕਰਾਇਆ ਹੋ ਰਿਹਾ, ਉਹਦਾ ਕਿਸੇ ਦੇ ਹੱਥ ਵੱਸ ਨਹੀਂ ਹੈ। ਫਿਰ ਉਹ ਸਮਝ ਲੈਂਦੇ ਨੇ ਕਿ ਮੈਂ ਇੱਕ ਵਾਜੇ ਵਾਂਗ ਹਾਂ, ਇਹ ਵਾਜਾ ਉਵੇਂ ਹੀ ਵੱਜਦਾ ਜਿਵੇਂ ਇਹਨੂੰ ਵਜਾਉਣ ਵਾਲਾ ਵਜਾਉਂਦਾ, ਅਤੇ ਇਵੇਂ ਹੀ ਜੀਵ ਆ, ਜਿਵੇਂ ਇਹ ਤੋਂ ਪਰਮਾਤਮਾ ਕਾਰਜ ਕਰਾਉਂਦਾ ਇਹ ਉਹੀ ਕਰਦਾ। ਪਰ ਇਹ ਸਮਝ ਉਦੋਂ ਪੈਂਦੀ ਆ ਜਦੋਂ ਉਸ ਸੱਚੇ 'ਚ ਲਿਵ ਲੱਗਦੀ ਆ। ਪੌੜੀ ਤੂੰ ਕਰਤਾ ਸਭ ਕਿਛ ਜਾਣਦਾ, ਜੋ ਜੀਆਂ ਅੰਦਰ ਵਰਤੈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤੈ। ਕਹਿੰਦੇ ਵੀ ਤੂੰ ਸਾਰਿਆਂ ਦੇ ਅੰਦਰ ਹੈ, ਘਟ ਘਟ ਵਿੱਚ। ਫਿਰ ਜੋ ਕੁਛ ਕਿਸੇ ਦੇ ਅੰਦਰ ਸੋਚ ਵਿਚਾਰ ਹੋ ਰਹੀ ਆ, ਉਹ ਸਭ ਕੁਛ ਤੂੰ ਜਾਣਦਾ। ਕਹਿੰਦੇ ਸਾਰਾ ਸੰਸਾਰ ਲੇਖੇ ਵਿੱਚ ਆ, ਕੀਤੇ ਕੰਮ ਲੇਖੇ ਵਿੱਚ ਨੇ। ਇੱਕ ਸੱਚਾ ਆਪ ਆ ਜਿਹਦਾ ਕੋਈ ਲੇਖਾ ਨਹੀਂ ਗਾ, ਉਹ ਲਿਖਦਾ ਲੇਖਾ, ਉਹਦਾ ਕੋਈ ਲੇਖਾ ਨਹੀਂ ਗਾ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤੈ। ਤੂੰ ਘਟ ਘਟ ਇੱਕ ਵਰਤਦਾ, ਸੱਚ ਸਾਹਿਬ ਚਲਤੈ। ਕਹਿੰਦੇ ਹੇ ਪਰਮਾਤਮਾ ਜੀ, ਇਹ ਸਾਰੀ ਤੇਰੀ ਰਚਨਾ ਹੈਗੀ ਆ, ਸਾਰਿਆਂ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ। ਕਹਿੰਦੇ ਇਹ ਸਾਰੇ ਤੇਰੇ ਚੋਜ ਨੇ ਸੱਚੇ ਸਾਹਿਬਾ। ਸਤਿਗੁਰ ਨੋ ਮਿਲੇ ਸੋ ਹਰ ਮਿਲੇ, ਨਾਹੀ ਕਿਸੇ ਪਰਤੈ। ਕਹਿੰਦੇ ਜਿਹੜੇ ਸਤਿਗੁਰ ਨੂੰ ਮਿਲਦੇ ਨੇ ਉਹੀ ਹਰੀ ਨੂੰ ਮਿਲ ਸਕਦੇ ਨੇ, ਹੋਰ ਕਿਸੇ ਚੀਜ਼ ਦੇ ਨਾਲ ਪਰਮਾਤਮਾ ਵੱਲ ਨਹੀਂ ਪਰਤ ਸਕਦੇ। ਸਤਿਗੁਰ ਦੇ ਮਿਲਾਇਆ ਹੀ ਮਿਲਦੇ ਨੇ। ਸ਼ਲੋਕ ਮਹੱਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ। ਕਿਉਂ ਸਾਸ ਗਿਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿੱਤ। ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਸ ਸੱਚੇ ਦੇ ਨਾਲ ਚਿੱਤ ਲਾਈਏ ਤਾਂ ਫਿਰ ਇਹ ਮਨ ਵੀ ਦ੍ਰਿੜ ਕਰਕੇ ਰੱਖਿਆ ਜਾ ਸਕਦਾ। ਜੇ ਚੰਚਲ ਹੈ, ਉਹਦੀ ਸਹਾਇਤਾ ਤੋਂ ਬਿਨਾਂ ਇਹ ਮਨ ਕਾਬੂ 'ਚ ਨਹੀਂ ਆਉਂਦਾ ਹੈ। ਉਹਦੀ ਸਹਾਇਤਾ ਕਿਵੇਂ? ਜਦੋਂ ਉਹਦਾ ਨਾਮ ਜਪਣਾ, ਫਿਰ ਉਹਦੀ ਰਹਿਮਤ ਦੀ ਆਸ ਰੱਖ ਸਕਦੇ ਹਾਂ ਨਾ। ਜੇ ਕੁਛ ਕੀਤਾ ਹੀ ਨਹੀਂ ਫਿਰ ਰਹਿਮਤ ਦੀ ਕਿਵੇਂ ਆਸ ਰੱਖਾਂਗੇ। ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ। ਕਹਿੰਦੇ ਉਹਨੂੰ ਸਾਸ ਗਿਰਾਸ ਨਾ ਵਿਸਾਰੀਏ, ਬਹਿੰਦਿਆਂ ਉੱਠਦਿਆਂ ਸਦਾ ਉਹਨੂੰ ਚੇਤੇ 'ਚ ਰੱਖੀਏ। ਮਰਨ ਜੀਵਨ ਕੀ ਚਿੰਤਾ ਗਈ, ਇਹ ਜਿਹੜਾ ਹਰ ਪ੍ਰਭ ਵਸ। ਜਿਉ ਪਾਵੈ ਤਿਉ ਰੱਖ ਤੂੰ, ਜਨ ਨਾਨਕ ਨਾਮ ਬਖਸ। ਕਹਿੰਦੇ ਜਦੋਂ ਇਹ ਜੀੜਾ ਉਸ ਪਰਮਾਤਮਾ ਦੇ ਵਸ ਕਰ ਦਈਦਾ, ਫਿਰ ਕਹਿੰਦੇ ਮਰਨ ਦੀ ਅਤੇ ਜੀਵਨ ਦੀ ਚਿੰਤਾ ਚਲੀ ਜਾਂਦੀ ਆ। ਫਿਰ ਆਵਾਗਮਨ ਨਹੀਂ ਰਹਿੰਦਾ, ਫਿਰ ਜਨਮਾਂ ਜਨਮਾਂ 'ਚ ਆਉਣ ਦੀ ਸਾਰੀ ਜਿਹੜੀ ਇਹ ਘਟਨਾ ਉਹ ਖਤਮ ਹੋ ਜਾਂਦੀ ਆ। ਫਿਰ ਉਹਦੇ ਵੱਸ 'ਚ ਹੋ ਜਾਈਦਾ। ਫਿਰ ਨਾਨਕ ਜੀ ਕਹਿੰਦੇ ਨੇ, ਹੇ ਪਰਮਾਤਮਾ ਜੀ, ਜਿਵੇਂ ਤੈਨੂੰ ਚੰਗਾ ਲੱਗਦਾ ਤੇਰਾ ਜਨ ਤਾਂ ਉਵੇਂ ਹੀ ਮੈਨੂੰ ਰੱਖ, ਪਰ ਆਪਣੇ ਨਾਮ ਦੀ ਦਾਤ ਬਖਸ਼ ਦੇ।
ਮਨ ਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆਗੈ ਖਿਨ ਪੀਛੈ। ਸਦਾ ਬੁਲਾਈਐ ਮਹਿਲ ਨਾ ਆਵੈ, ਕਿਉ ਕਰ ਦਰਗਹਿ ਸੀਜੈ। ਕਹਿੰਦੇ ਜਿਹੜੇ ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਚੱਲਦੇ ਨੇ, ਉਹ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ ਹੈਗੇ। ਕਹਿੰਦੇ ਉਹ ਅੱਗੇ ਪਿੱਛੇ ਹੋਰ ਜਗ੍ਹਾ 'ਤੇ ਜਾਂਦੇ ਨੇ, ਪਰ ਉਹ ਜੇ ਬੁਲਾਏ ਵੀ ਜਾਣ ਸੰਗਤ 'ਚ ਨਹੀਂ ਆਉਂਦੇ। ਜੇ ਸੰਗਤ 'ਚ ਨਹੀਂ ਆਉਂਦੇ ਤਾਂ ਪਰਮਾਤਮਾ ਦੀ ਦਰਗਾਹ 'ਚ ਕਿਵੇਂ ਕਬੂਲ ਪੈਣਗੇ। ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹਿ ਕਰ ਜੋੜ। ਆਪਣੀ ਕਿਰਪਾ ਕਰੇ ਹਰ, ਮੇਰਾ ਨਾਨਕ ਲਏ ਬਹੋੜ। ਕਹਿੰਦੇ ਸਤਿਗੁਰ ਦੀ ਸੰਗਤ ਦੇ ਵਿੱਚ ਕੋਈ ਵਿਰਲੇ ਆਉਂਦੇ ਨੇ ਦਿਲ ਤੋਂ, ਫਿਰ ਕਹਿੰਦੇ ਉਹ ਸਦਾ ਪਰਮਾਤਮਾ ਦੇ ਸਾਹਮਣੇ ਹੱਥ ਜੋੜਦੇ ਨੇ। ਫਿਰ ਕਹਿੰਦੇ ਜਿਨ੍ਹਾਂ 'ਤੇ ਕਿਰਪਾ ਕਰਦਾ ਹਰੀ ਪਰਮਾਤਮਾ, ਨਾਨਕ ਜੀ ਕਹਿੰਦੇ ਫਿਰ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ, ਉਹਨਾਂ ਦੀ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ। ਪੌੜੀ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸੰਮਲ ਪੰਨੇ। ਕਹਿੰਦੇ ਉਹੀ ਸੇਵਾ ਕੀਤੀ ਸਫਲ ਆ ਜਿਹਦੇ ਉੱਪਰ ਸਤਿਗੁਰ ਦਾ ਮਨ ਪਤੀਜ ਜਾਵੇ, ਜੋ ਸਤਿਗੁਰ ਦੇ ਮਨ ਨੂੰ ਭਾ ਜਾਵੇ। ਫਿਰ ਕਹਿੰਦੇ ਜਦੋਂ ਸਤਿਗੁਰ ਦੇ ਮਨ ਨੂੰ ਕੀਤੀ ਸੇਵਾ ਭਾ ਜਾਂਦੀ ਆ, ਫਿਰ ਸਾਰੇ ਪਾਪ ਕੱਟੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਪਾਣਾ ਮੰਨਿਆ, ਤਿਨ ਚੜੀ ਚਵਗਣ ਵੰਨੇ। ਕਹਿੰਦੇ ਜਿਨ੍ਹਾਂ ਨੇ ਮਨ ਤੋਂ ਸ਼ਰਧਾ ਦੇ ਨਾਲ ਸਤਿਗੁਰੂ ਦੇ ਉਪਦੇਸ਼ ਨੂੰ ਸੁਣਿਆ, ਉਹਨਾਂ ਨੂੰ ਫਿਰ ਕਹਿੰਦੇ ਤਿੱਗਣੀ ਚੌਗਣੀ ਉਹਨਾਂ ਦੀ ਫਿਰ ਤਰੱਕੀ ਹੁੰਦੀ ਆ। ਉਪਦੇਸ਼ ਕੀ? ਪਰਮਾਤਮਾ ਦਾ ਨਾਮ ਜਪਣ ਦਾ। ਤਰੱਕੀ ਆਤਮਿਕ ਜੀਵਨ ਦੀ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਕਹਿੰਦੇ ਜਿਹੜੇ ਗੁਰਮੁਖ ਨੇ, ਗੁਰੂ ਦੇ ਸਨਮੁਖ ਰਹਿੰਦੇ ਨੇ, ਉਹਨਾਂ ਦੀ ਕਹਿੰਦੇ ਇਹ ਨਿਰਾਲੀ ਚਾਲ ਆ। ਨਿਰਾਲੀ ਇਸ ਤਰ੍ਹਾਂ ਕਹਿੰਦੇ ਗੁਰ ਦੀਖਿਆ ਸੁਣ ਮਨ ਭਿੰਨੇ। ਕਹਿੰਦੇ ਉਹ ਜਿਹੜੀ ਗੁਰੂ ਦਾ ਉਪਦੇਸ਼ ਆ, ਉਹਨੂੰ ਸੱਚੇ ਹੋ ਕੇ ਸੁਣਦੇ ਨੇ, ਉਹਨੂੰ ਮੰਨਦੇ ਨੇ, ਮਨ 'ਚ ਵਸਾਉਂਦੇ ਨੇ, ਅਤੇ ਫਿਰ ਉਹਨਾਂ ਦਾ ਮਨ ਪਰਮਾਤਮਾ ਲਈ ਭਿੱਜ ਜਾਂਦਾ। ਪਰਮਾਤਮਾ ਲਈ ਮਨ ਦਾ ਭਿੱਜਣਾ ਕਿ ਪਰਮਾਤਮਾ ਲਈ ਮਨ ਪ੍ਰੇਮ ਵਿੱਚ ਰੰਗ ਹੋ ਜਾਂਦਾ। ਸ਼ਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ, ਤਿਸ ਠੌਰ ਨਾ ਠਾਓ। ਹਾਲਤ ਪਲਤ ਦੋਵੈ ਗਏ, ਦਰਗਹਿ ਨਾਹੀ ਥਾਓ। ਜਿਨ੍ਹਾਂ ਨੇ ਕਹਿੰਦੇ ਆਪਣੇ ਗੁਰੂ ਦੀ ਨਿੰਦਾ ਕੀਤੀ, ਉਹਨਾਂ ਨੂੰ ਕੋਈ ਜਗ੍ਹਾ ਨਹੀਂ ਝੱਲਦੀ। ਨਾ ਲੋਕ ਵਿੱਚ ਸੁਖੀ ਲੈਂਦੇ ਨੇ, ਨਾ ਫਿਰ ਪਰਲੋਕ ਵਿੱਚ ਦਰਗਾਹ ਵਿੱਚ ਬੈਠਣਾ ਮਿਲਦਾ। ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗੈ ਪਾਏ। ਸਤਿਗੁਰ ਕੀ ਗਣਤੈ ਕੋਸੀਐ, ਦੁਖੈ ਦੁੱਖ ਵਿਹਾਏ। ਕਹਿੰਦੇ ਜਦੋਂ ਤਾਂ ਉਹਨਾਂ ਕੋਲ ਵੇਲਾ ਸੀ ਸਤਿਗੁਰ ਦੇ ਚਰਨੀ ਲੱਗਣ ਦਾ, ਉਦੋਂ ਤਾਂ ਲੱਗੇ ਨਹੀਂ ਗੇ। ਹੁਣ ਉਹ ਵੇਲਾ ਹੱਥ ਨਹੀਂ ਆਉਂਦਾ ਹੈਗਾ। ਫਿਰ ਕਹਿੰਦੇ ਜੋ ਸਤਿਗੁਰ ਦੇ ਵੱਲੋਂ ਲਾਹਣਤਾਂ ਪਈਆਂ ਨੇ, ਫਿਟਕਾਰੇ ਨੇ, ਹੁਣ ਫਿਰ ਕਹਿੰਦੇ ਦੁੱਖਾਂ 'ਚ ਉਹਨਾਂ ਦੀ ਕਹਿੰਦੇ ਇਹ ਜੀਵਨ ਰੂਪੀ ਰਾਤ ਲੰਘਦੀ ਆ। ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲਏ ਜਿਸ ਲਾਏ। ਨਾਨਕ ਦਰਸ਼ਨ ਜਿਨਾ ਵਿਖਾਲਿਓਨ, ਤਿਨਾ ਦਰਗਹਿ ਲਏ ਛਡਾਏ।
ਫਿਰ ਕਹਿੰਦੇ ਸਤਿਗੁਰ ਤਾਂ ਨਿਰਵੈਰ ਆ, ਕਹਿੰਦੇ ਉਹਦਾ ਕਿਸੇ ਨਾਲ ਵੈਰ ਨਹੀਂ, ਉਹਦੀ ਕੋਈ ਨਿੰਦਾ ਕਰੇ, ਉਹਦਾ ਕੋਈ ਸਨਮਾਨ ਕਰੇ, ਉਹਦਾ ਕਿਸੇ ਨਾਲ ਵੈਰ ਨਹੀਂ। ਫਿਰ ਕਹਿੰਦੇ ਉਹ ਉਹਨਾਂ 'ਤੇ ਤਰਸ ਕਰ ਲੈਂਦਾ ਸਤਿਗੁਰ ਜਿਹੜੇ ਮਨਮੁਖ ਨੇ, ਜਿਹੜੇ ਉਹਦੀ ਨਿੰਦਾ ਵੀ ਕਰਦੇ ਨੇ। ਫਿਰ ਵੀ ਕਹਿੰਦੇ ਉਹਨਾਂ ਨੂੰ ਆਪਣਾ ਦਰਸ਼ਨ ਦੇ ਕੇ ਦਰਗਾਹ ਦੇ ਵਿੱਚ ਛਡਾ ਲੈਂਦਾ ਹੈ, ਲੇਖੇ 'ਤੇ ਪਹੁੰਚ ਜਾਂਦਾ ਹੈ। ਮਹੱਲਾ ਤੀਜਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੂਐ ਮਤ ਹਾਰੀ। ਕੂੜ ਕੁਸਤ ਉਹ ਪਾਪ ਕਮਾਵੈ, ਕਿਆ ਉਹ ਸੁਣੈ ਕਿਆ ਆਖ ਸੁਣਾਵੈ। ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਦੇ ਨੇ, ਅਗਿਆਨਤਾ ਵਿੱਚ ਹੁੰਦੇ ਨੇ, ਮੱਤ ਕਹਿੰਦੇ ਉਹਨਾਂ ਦੀ ਮਾੜੀ ਹੁੰਦੀ ਆ, ਹੰਕਾਰ 'ਚ ਡੁੱਬੇ ਹੁੰਦੇ ਨੇ, ਅੰਦਰ ਉਹਨਾਂ ਦੇ ਕ੍ਰੋਧ ਵਰਗੀ ਕਹਿੰਦੇ ਵਿਕਾਰ ਹੁੰਦੇ ਨੇ। ਫਿਰ ਕਹਿੰਦੇ ਮਾਇਆ ਦੇ ਜੂਏ ਵਿੱਚ ਆਪਣੀ ਮੱਤ ਉਹਨਾਂ ਨੇ ਹਾਰ ਦਿੱਤੀ ਹੁੰਦੀ ਆ, ਕਿਉਂਕਿ ਹਮੇਸ਼ਾ ਮਾਇਆ ਦੇ ਪਿੱਛੇ ਲੱਗੇ ਰਹਿੰਦੇ ਨੇ, ਝੂਠ ਦਾ ਹੀ ਵਪਾਰ ਕਰਦੇ ਨੇ। ਕਹਿੰਦੇ ਕੀ ਕਹਿੰਦੇ ਉਹਨਾਂ ਨੇ ਕਿਸੇ ਤੋਂ ਪਰਮਾਤਮਾ ਦਾ ਨਾਮ ਸੁਣਨਾ ਹੋਇਆ ਤੇ ਸੁਣਾਉਣਾ ਹੋਇਆ। ਅੰਨਾ ਬੋਲਾ ਖੋਏ ਉਜੜ ਪਾਏ, ਕਹਿੰਦੇ ਕਿਉਂਕਿ ਉਹ ਗੁਰੂ ਦਾ ਦਰਸ਼ਨ ਨਹੀਂ ਕਰਦੇ, ਉਸ ਵੱਲੋਂ ਅੰਨੇ ਨੇ, ਗੁਰੂ ਦਾ ਉਪਦੇਸ਼ ਨਹੀਂ ਸੁਣਦੇ, ਉਸ ਵੱਲੋਂ ਬੋਲੇ ਨੇ। ਕਹਿੰਦੇ ਫਿਰ ਉਹ ਕਹਿੰਦੇ ਸੰਸਾਰ ਦੇ ਵਿੱਚ ਮਾੜੇ ਰਸਤੇ 'ਤੇ ਚੱਲਦੇ ਨੇ। ਮਨਮੁਖ ਅੰਧਾ ਆਵੈ ਜਾਏ, ਬਿਨ ਸਤਿਗੁਰ ਭੇਟੇ ਥਾਏ ਨ ਪਾਏ। ਕਹਿੰਦੇ ਫਿਰ ਮਨਮੁਖ ਮਾਇਆ ਵਿੱਚ ਅੰਨੇ ਹੋਏ, ਸਤਿਗੁਰ ਦੀ ਕਹਿੰਦੇ ਸਿਫਤ ਸਲਾਹ ਨਹੀਂ ਕਰਦੇ, ਸਤਿਗੁਰ ਦੀ ਸ਼ਰਨ ਨਹੀਂ ਆਉਂਦੇ, ਫਿਰ ਕੋਈ ਕਹਿੰਦੇ ਉਹ ਦਰਗਾਹ ਦੇ ਵਿੱਚ ਚੰਗੀ ਥਾਂ ਨਹੀਂ ਪਾਉਂਦੇ। ਨਾਨਕ ਪੂਰਬ ਲਿਖਿਆ ਕਮਾਏ, ਫਿਰ ਕਹਿੰਦੇ ਭਾਈ ਉਹਨਾਂ ਦੇ ਵੀ ਕੀ ਹੱਥ ਵਸ। ਜੇ ਕੋਈ ਮਨਮੁਖ ਹੈ, ਕੋਈ ਸਨਮੁਖ ਹੈ, ਕਹਿੰਦੇ ਕਿਸੇ ਦੇ ਹੱਥ ਵਸ ਨਹੀਂ। ਜਿਹੜੇ ਕਹਿੰਦੇ ਪੂਰਵਲੇ ਕਰਮ ਲਿਖੇ ਨੇ, ਉਹਨਾਂ ਦੇ ਸੰਸਕਾਰਾਂ ਦੇ ਕਹਿੰਦੇ ਜਿਹੜੇ ਲੇਖ ਲਿਖੇ ਨੇ, ਉਕਰੇ ਨੇ, ਉਹਦੇ ਅਨੁਸਾਰ ਹੀ ਜੀਵ ਫਿਰ ਕਮਾਈ ਕਰੀ ਜਾਂਦੇ ਨੇ। ਪੌੜੀ ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨ ਸਤਿਗੁਰ ਪਾਸ। ਉੱਥੇ ਸੱਚ ਵਰਤਦਾ ਕੁੜੀਆਰਾਂ ਚਿੱਤ ਉਦਾਸ। ਕਹਿੰਦੇ ਜਿਹੜੇ ਮਨ ਦੇ ਕਠੋਰ ਨੇ, ਮਨਮੁਖ ਨੇ, ਕਹਿੰਦੇ ਉਹ ਸਤਿਗੁਰ ਦੀ ਸੰਗਤ ਵਿੱਚ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ? ਕਹਿੰਦੇ ਸਤਿਗੁਰ ਦੀ ਸੰਗਤ ਦੇ ਵਿੱਚ ਸੱਚ ਦੀਆਂ ਗੱਲਾਂ ਹੁੰਦੀਆਂ ਨੇ, ਪਰ ਕਹਿੰਦੇ ਸੱਚ ਵੱਲੋਂ ਉਹਨਾਂ ਦਾ ਮਨ ਉਦਾਸ ਹੁੰਦਾ, ਉਹ ਸੱਚ ਦੀਆਂ ਗੱਲਾਂ ਸੁਣਨੀਆਂ ਨਹੀਂ ਚਾਹੁੰਦੇ। ਓਏ ਵਲ ਛਲ ਕਰ ਚੱਤ ਕੱਢ ਦੇ, ਫਿਰ ਜਾਏ ਬਹਿ ਕੁੜੀਆਰਾਂ ਪਾਸ। ਕਹਿੰਦੇ ਜੇ ਆ ਵੀ ਜਾਂਦੇ ਨੇ, ਉਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਟਾਈਮ ਪਾਸ ਕਰਦੇ ਨੇ, ਤੇ ਫਿਰ ਜਾ ਕੇ ਫਿਰ ਝੂਠਿਆਂ ਦੀ ਸੰਗਤ ਵਿੱਚ ਰਲ ਜਾਂਦੇ ਨੇ। ਵਿੱਚ ਸੱਚੇ ਕੂੜ ਨ ਗੱਡਈ, ਮਨ ਵੇਖੋ ਕੋ ਨਿਰਜਾਸ। ਕਹਿੰਦੇ ਆਪਣੇ ਮਨ ਦੇ ਵਿੱਚ ਕਹਿੰਦੇ ਵਿਚਾਰ ਕਰਕੇ ਦੇਖੋ, ਨਿਰਣਾ ਕਰਕੇ ਵੀ ਜਿੱਥੇ ਸੱਚੇ ਹੁੰਦੇ ਨੇ ਉੱਥੇ ਕਹਿੰਦੇ ਜਿਹੜੇ ਝੂਠੇ ਨੇ ਉਹ ਸਮਾ ਨਹੀਂ ਸਕਦੇ ਹੈਗੇ, ਉਹਨਾਂ ਦਾ ਕਹਿੰਦੇ ਉੱਥੇ ਪਲ ਨਹੀਂ ਪੂਰਾ ਹੁੰਦਾ। ਕੁੜੀਆਰ ਕੁੜੀਆਰੀ ਜਾਏ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੁੜੀਆਰ ਕੁੜੀਆਰੀ ਜਾਏ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕਹਿੰਦੇ ਜਿਹੜੇ ਝੂਠ ਫਰੇਬੀ ਠੱਗੀ ਵਾਲੇ ਨੇ, ਕਹਿੰਦੇ ਫਿਰ ਉਹ ਉਸ ਤਰ੍ਹਾਂ ਦੀ ਸੰਗਤ ਵਿੱਚ ਜਾ ਰਲਦੇ ਨੇ, ਪਰ ਜਿਹੜੇ ਕਹਿੰਦੇ ਸੱਚੇ ਨੇ, ਸਿੱਖ ਨੇ ਗੁਰੂ ਦੇ, ਉਹ ਕਹਿੰਦੇ ਗੁਰੂ ਦੀ ਸੰਗਤ ਵਿੱਚ ਬੈਠਦੇ ਨੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ। ਸਤਿਗੁਰੂ ਜੀ
ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।